ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਸਭ ਤੋਂ ਪਹਿਲਾਂ ਅੰਮ੍ਰਿਤਸਰ ਡਾਇਰੈਕਟ ਮੀਟ ਦਾ ਸੁਨੇਹਾ ਦੁਬਾਰੇ ਯਾਦ ਕਰਾਉਣ ਲੱਗਿਆ ਜੀ। 27 ਫਰਵਰੀ ਦਿਨ ਮੰਗਲਵਾਰ, ਆਉਂਦੇ ਮੰਗਲਵਾਰ 27 ਫਰਵਰੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ MK ਰਿਜ਼ੋਰਟ, MK ਹੋਟਲ ਜਿਹੜਾ ਰਣਜੀਤ ਐਵੇਨਿਊ ਦੇ ਵਿੱਚ ਬਣਿਆ ਹੋਇਆ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬੈਠੂੰਗਾ। ਆਪਦੇ ਅਕੈਡਮਿਕ ਦਸਤਾਵੇਜ਼, ਆਪਦੇ ਅਕੈਡਮਿਕ ਡਾਕੂਮੈਂਟਸ, ਜੇ ਤੁਸੀਂ ਆਪਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਜਾਂ ਕਿਸੇ ਹੋਰ ਕੰਟਰੀ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਤਾਂ ਆਪਦੇ ਕਾਰੋਬਾਰ ਸੰਬੰਧਿਤ ਜੋ ਵੀ ਡਾਕੂਮੈਂਟਸ ਨੇ ਉਹ ਤੁਸੀਂ ਨਾਲ ਲੈ ਕੇ ਆਉਣੇ ਨੇ। ਮੇਨਲੀ ਜਿਹੜਾ ਮੈਂ ਡਾਇਰੈਕਟ ਮੀਟ ਰੱਖ ਰਿਹਾ ਆ ਉਹ ਰੱਖ ਰਿਹਾ ਰਿਫਿਊਜ਼ਡ ਸਟੂਡੈਂਟ ਵਾਸਤੇ, ਜਿਹੜੇ 5-7 ਵਾਰ ਜਾਂ 4-5 ਵਾਰ ਰਿਫਿਊਜ਼ਡ ਹੋ ਚੁੱਕੇ ਨੇ। ਆਪਦਾ ਮਨ ਇਸ ਵਕਤ ਉਹਨਾਂ ਦਾ ਇਹ ਆ ਕਿ ਹੁਣ ਸ਼ਾਇਦ ਉਹ ਕਦੇ ਜਾ ਹੀ ਨਹੀਂ ਸਕਣਗੇ। ਉਹਨਾਂ ਬੱਚਿਆਂ ਵਾਸਤੇ ਆ ਕਿ ਦਿਲ ਨਹੀਂ ਛੱਡਣਾ, ਇੱਕ ਵਾਰ ਆਪਦੇ ਅਕੈਡਮਿਕ ਡਾਕੂਮੈਂਟਸ ਤੇ ਰਿਫਿਊਜ਼ਲ ਲੈਟਰ ਲੈ ਕੇ ਜ਼ਰੂਰ ਮਿਲੋ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਅੰਮ੍ਰਿਤਸਰ ਸਾਹਿਬ ਰਣਜੀਤ ਐਵੇਨਿਊ MK ਰਿਜ਼ੋਰਟ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ। ਇਹ ਤਾਂ ਸੀ ਜੀ ਡਾਇਰੈਕਟ ਮੀਟ ਦਾ ਸੁਨੇਹਾ ਜਿਹੜੀ ਅਸੀਂ ਆਉਣ ਦੀ 27 ਫਰਵਰੀ ਨੂੰ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਵਿੱਚ। ਹੁਣ ਜੋ ਅੱਗੇ ਗੱਲ ਦੱਸਣ ਜਾ ਰਹੇ ਹਾਂ ਉਹ ਬੜੀ ਕੰਮ ਦੀ ਗੱਲ ਆ, ਬੜੇ ਆਪਾਂ ਧਿਆਨ ਨਾਲ ਸੁਣਨੀ ਆ। ਜਦੋਂ ਆਪਾਂ ਰੈਗੂਲਰ ਰੂਟੀਨ ਦੇ ਵਿੱਚ ਕੰਮ ਕਰਦੇ ਹਾਂ ਤਾਂ ਐਵਰੀ ਡੇ ਨਵੀਆਂ ਗੱਲਾਂ, ਨਵੇਂ ਇਸ਼ੂਜ਼ ਸਾਹਮਣੇ ਆਉਂਦੇ ਨੇ, ਕਲਾਇੰਟਸ ਲੈ ਕੇ ਆਉਂਦੇ ਨੇ। ਤੇ ਜਦੋਂ ਉਹ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਆ, ਜਦੋਂ ਕਲਾਇੰਟਸ ਆ ਕੇ ਉਹ ਆਪਦੀ ਗੱਲ ਦੱਸਦੇ ਨੇ ਤਾਂ ਕਈ ਵਾਰੀ ਹੈਰਾਨੀ ਹੋ ਜਾਂਦੀ ਹੈ ਕਿ ਏਡੀਆਂ ਤਕੜੀਆਂ ਫਰਮਸ ਜਿਨ੍ਹਾਂ ਨੂੰ ਕੰਮ ਕਰਦਿਆਂ ਨੂੰ 20 ਸਾਲ ਹੋ ਗਏ ਮਾਰਕੀਟ ਦੇ ਵਿੱਚ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਐਂਡ ਇਮੀਗ੍ਰੇਸ਼ਨ ਰਿਲੇਟਡ ਕੰਮ ਕਰਦਿਆਂ ਨੂੰ, ਉਹ ਵੀ ਉਹਨਾਂ ਦੇ ਜੋ ਕਰਿੰਦੇ, ਉਹਨਾਂ ਦੇ ਜੋ ਕੰਮ ਕਰਨ ਵਾਲੇ ਬੰਦੇ, ਉਹਨਾਂ ਦੇ ਜੋ ਕਾਉਂਸਲਰਸ ਅੱਗੇ ਬੈਠੇ ਨੇ, ਉਹ ਇੰਨੇ ਕੁ ਅਨਟ੍ਰੇਨਡ ਨੇ ਕਿ ਸਿਰਫ ਤੇ ਸਿਰਫ ਪਰਟੀਕੂਲਰ ਕੁਝ ਗੱਲਾਂ ਬਾਰੇ ਦੱਸ ਕੇ ਫਾਰਮ ਕਿੱਦਾਂ ਭਰੇ ਜਾਂਦੇ ਨੇ, ਕਿੱਦਾਂ ਆਫਰ ਲੈਟਰ ਪੰਚ ਹੁੰਦੀ ਆ, ਉਹਦੇ ਬਾਰੇ ਦੱਸ ਕੇ ਉਹਨਾਂ ਨੂੰ ਬਿਠਾ ਦਿੱਤਾ ਜਾਂਦਾ। ਬਾਅਦ 'ਚ ਫਰਦਰ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਉਹ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਉਹ ਬੜੇ ਹੀ ਹਾਨੀਕਾਰਕ ਤੇ ਡੇਂਜਰਸ ਸਾਬਤ ਹੋ ਰਹੇ ਨੇ ਸਾਡੀ ਜਨਰੇਸ਼ਨ ਵਾਸਤੇ, ਜਿਹੜੇ ਉਹਨਾਂ ਤੋਂ ਜਾ ਕੇ ਕੇਸ ਅਪਲਾਈ ਕਰਦੇ ਨੇ। ਫਰਮ ਦਾ ਨਾਂ ਤਾਂ ਨਹੀਂ ਲਾਉਂਗਾ, ਪਰ 5ਵਾਂ ਕੇਸ ਹੁਣੇ ਡੀਲ ਕਰਕੇ ਹਟਿਆ ਮੇਰੇ ਕੋਲੇ। 5ਵਾਂ ਕੇਸ ਇੱਕੋ ਫਰਮ ਦਾ ਹੋਇਆ ਕੀ, ਧਿਆਨ ਨਾਲ ਸੁਣਿਓ। ਬੱਚੇ ਵਿਆਹ ਕਰਾ ਰਹੇ ਨੇ, ਵਿਆਹ ਕਰਾਉਣ ਸਾਰ ਉਹਨਾਂ ਦਾ ਪਹਿਲਾ ਕੰਮ ਹੁੰਦਾ ਉਹਦੀ ਮੈਰਿਜ ਰਜਿਸਟ੍ਰੇਸ਼ਨ ਕਰਾਉਂਦੇ ਨੇ, ਜਿਹੜੀ ਕਿ ਰਜਿਸਟਰਾਰ ਤੋਂ, ਕਿਸੇ ਵੀ ਜ਼ਿਲ੍ਹੇ ਦੇ ਤਹਿਸੀਲਦਾਰ ਤੋਂ SDM ਆਫਿਸ ਵਿੱਚ ਜਾ ਕੇ ਰਜਿਸਟਰਡ ਹੁੰਦੀ ਆ। ਉਹ ਰਜਿਸਟਰਡ ਕਰਵਾ ਕੇ ਫਿਰ ਉਹ ਆਪਦਾ ਕੇਸ ਅਪਲਾਈ ਕਰਨ ਜਾਂਦੇ ਨੇ। ਜਦੋਂ ਉਹ ਕੇਸ ਅਪਲਾਈ ਕਰਨ ਜਾਂਦੇ ਨੇ ਤਾਂ ਸਾਡੇ ਕਾਉਂਸਲਰਸ ਉਹਨਾਂ ਨੂੰ, ਸਾਡੇ ਇਮੀਗ੍ਰੇਸ਼ਨ ਵਾਲੇ, ਸਾਡੇ ਸਟੂਡੈਂਟ ਵੀਜ਼ਾ ਐਕਸਪਰਟਸ, ਸੋ ਕਾਲਡ ਐਕਸਪਰਟਸ, ਉਹ ਕਹਿੰਦੇ ਨੇ ਕਿ ਮੈਰਿਡ ਨਾ ਸ਼ੋ ਕਰੀਏ, ਆਪਾਂ ਇੰਟਰਵਿਊ ਆ ਜੂਗੀ, ਕੇਸ ਰਿਜੈਕਟ ਹੋ ਜੂਗਾ, ਮੈਰਿਡ ਨਾ ਸ਼ੋ ਕਰੀਏ, ਸਿੰਗਲ ਤੇ ਕੇਸ ਲਾਈਏ। ਹੁਣ ਮੈਂ ਤੁਹਾਡਾ ਇਮੀਗ੍ਰੇਸ਼ਨ ਕਾਉਂਸਲਰ ਆ, ਮੈਂ ਤੁਹਾਡਾ ਸਟੂਡੈਂਟ ਵੀਜ਼ਾ ਕਾਉਂਸਲਰ ਆ, ਕੰਸਲਟੈਂਟ ਆ। ਜੋ ਮੈਂ ਕਹਿੰਦਾ ਤੁਸੀਂ ਤਾਂ ਉਹੀ ਮੰਨਣਾ। ਉਹ ਕਹਿੰਦੇ ਜੀ ਠੀਕ ਆ। ਹੁਣ ਉਹ ਬੱਚਿਆਂ ਦੇ ਸਪਾਊਸ ਨੂੰ ਤੁਸੀਂ ਪੇਪਰਾਂ ਦੇ ਵਿੱਚ ਅਨਮੈਰਿਡ ਸ਼ੋ ਕਰਤਾ, ਮੈਰਿਜ ਉਹ ਰਜਿਸਟਰਡ ਕਰਾਈ ਬੈਠੇ ਆ। ਹੁਣ ਐਜ਼ ਏ ਸਿੰਗਲ ਕੈਂਡੀਡੇਟ ਵੀਜ਼ਾ ਲੈ ਕੇ ਕੈਨੇਡਾ ਪਹੁੰਚ ਚੁੱਕੇ ਨੇ। ਹੁਣ ਮੈਨੂੰ ਇਹ ਦੱਸੋ ਵੀ ਉਹ ਸਾਰੀ ਜ਼ਿੰਦਗੀ ਕੈਨੇਡੀਅਨ ਐਮਬੈਸੀ ਮੂਹਰੇ ਆਪਦੇ ਆਪ ਨੂੰ ਮੈਰਿਡ ਕਿਵੇਂ ਸ਼ੋ ਕਰਨਗੇ? ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਮੈਰਿਜ ਦੀ ਰਜਿਸਟ੍ਰੇਸ਼ਨ ਸੀ ਉਹ ਪਹਿਲਾਂ ਹੋ ਚੁੱਕੀ ਆ। ਕੇਸ ਦੇ ਵਿੱਚ ਜੋ ਪੇਪਰ ਵਰਕ ਤੁਸੀਂ ਕੀਤਾ ਸਟੂਡੈਂਟ ਵੀਜ਼ੇ ਦਾ, ਉਹਦੇ ਵਿੱਚ ਤੁਸੀਂ ਉਹਨੂੰ ਅਨਮੈਰਿਡ ਸ਼ੋ ਕਰਤਾ। ਹੁਣ ਉਹ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਹੀ ਅੰਬੈਸੀ ਤੁਹਾਨੂੰ ਮੈਰਿਡ ਜਾਂ ਅਨਮੈਰਿਡ ਕੰਸੀਡਰ ਕਰਦੀ ਹੈ। ਜਦੋਂ ਕੱਲ੍ਹ ਨੂੰ ਤੁਸੀਂ ਆਪਦੇ ਸਪਾਊਸ ਦਾ ਕੈਨੇਡਾ ਕੇਸ ਲਾਉਣਾ, ਓਪਨ ਵਰਕ ਪਰਮਿਟ ਲਾਉਣਾ, ਵਿਜ਼ਟਰ ਵੀਜ਼ਾ ਲਾਉਣਾ ਜਾਂ ਪਰਮਾਨੈਂਟ ਰੈਜ਼ੀਡੈਂਸੀ ਦਾ ਕੇਸ ਲਾਉਣਾ, ਤਾਂ ਅੰਬੈਸੀ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਡਾਕੂਮੈਂਟ ਆ ਤੁਹਾਡੇ ਵਿਆਹ ਦਾ, ਪਹਿਚਾਣ ਪੱਤਰ ਆ, ਉਹ ਆ ਤੁਹਾਡਾ ਰਜਿਸਟਰਾਰ ਦਾ ਰਜਿਸਟਰਡ ਮੈਰਿਜ ਸਰਟੀਫਿਕੇਟ। ਉਹ ਤੇ ਜਿਹੜੀ ਡੇਟ ਬੋਲਦੀ ਆ ਉਹ ਤੁਹਾਡੇ ਕੇਸ ਅਪਲਾਈ ਹੋਣ ਤੋਂ ਪਹਿਲਾਂ ਦੀ ਬੋਲਦੀ ਆ। ਕੇਸਾਂ ਦੇ ਡਾਕੂਮੈਂਟਸ ਦੇ ਵਿੱਚ ਜੋ ਅੰਬੈਸੀ ਦੇ ਵਿੱਚ ਡਾਕੂਮੈਂਟ ਫਾਰਮ ਗਏ ਨੇ ਉਹ ਤੇ ਤੁਸੀਂ ਅਨਮੈਰਿਡ ਬੋਲਦੇ ਹੋ। ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਜਿਹੜੇ ਉਹ ਬੱਚੇ ਵਿਚਾਰੇ, ਤੁਸੀਂ ਜਿਨ੍ਹਾਂ ਦੇ ਸਪਾਊਸ ਨੂੰ ਅਨਮੈਰਿਡ ਸ਼ੋ ਕਰਤਾ, ਉਹ ਆਪਦੇ ਆਪ ਨੂੰ ਹੁਣ ਮੈਰਿਡ ਕਿੱਦਾਂ ਸ਼ੋ ਕਰਨ? 5ਵਾਂ ਕੇਸ ਆ ਗਿਆ ਮੇਰੇ ਕੋਲੇ
ਇੱਕੋ ਫਰਮ ਦਾ 5ਵਾਂ ਕੇਸ, ਤੇ ਫਰਮ ਵੀ ਕੋਈ ਨਵੀਂ 20 ਸਾਲ ਪੁਰਾਣੀ ਫਰਮ, ਕਹਿੰਦੀ ਕਹਾਉਂਦੀ ਫਰਮ ਦੇ ਮਾਲਕ ਦੀ ਕੋਈ ਗਲਤੀ ਨਹੀਂ, ਆਪ ਬਹੁਤ ਐਕਸਪੀਰੀਅੰਸਡ ਹੋ ਸਕਦਾ, ਪਰ ਮੇਰੀ ਇੱਕ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਨ੍ਹਾਂ ਨੂੰ ਅਸੀਂ ਵਾਗਡੋਰ ਸੰਭਾਲਦੇ ਆ ਨਾ ਆਪਦੀ ਫਰਮ ਦੀ ਅੱਗੇ, ਜਿਨ੍ਹਾਂ ਨੇ ਤੁਹਾਡੇ ਕਸਟਮਰ ਨੂੰ ਡੀਲ ਕਰਨਾ, ਉਹਨਾਂ ਨੂੰ ਟ੍ਰੇਨਿੰਗ ਦਿਓ, ਉਹਨਾਂ ਨੂੰ ਟ੍ਰੇਨਡ ਕਰਕੇ ਬਿਠਾਓ ਉੱਥੇ। ਉਹ ਜ਼ਿੰਦਗੀਆਂ ਤਬਾਹ ਕਰਨ ਲੱਗੇ ਹੋਏ ਨੇ ਮੂਹਰੇ ਬੈਠ ਕੇ ਲੋਕਾਂ ਦੀਆਂ, ਕਿਉਂਕਿ ਇਹ ਗੱਲਾਂ ਛੋਟੀਆਂ ਨਹੀਂ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਮੈਂ 5 ਕੈਂਡੀਡੇਟਸ ਨੂੰ ਕੀ ਹੱਲ ਦੱਸਾਂ ਇਸ ਚੀਜ਼ ਦਾ। ਮੇਰੇ ਕੋਲ ਤਾਂ ਕੋਈ ਹੱਲ ਹੀ ਨਹੀਂ ਹੈਗਾ, ਇਸ ਚੀਜ਼ ਦਾ ਕੋਈ ਹੱਲ ਨਹੀਂ ਕਿਸੇ ਕੋਲੇ, ਕਿਉਂਕਿ ਉਹ ਮੈਰਿਡ ਰਜਿਸਟਰਾਰ ਨੇ ਰਜਿਸਟ੍ਰੇਸ਼ਨ ਕਰਤੀ ਹੈ ਵਿਆਹ ਦੀ, ਵੀਜ਼ਾ ਅਪਲਾਈ ਹੋਣ ਤੋਂ ਪਹਿਲਾਂ ਕਰ ਚੁੱਕੇ ਨੇ, ਤੇ ਵੀਜ਼ੇ ਦੇ ਜਿਹੜੇ ਫਾਰਮਸ ਨੇ, ਜੋ ਸਟੂਡੈਂਟ ਵੀਜ਼ਾ ਦੇ ਜੋ ਫਾਰਮਸ ਨੇ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਅਨਮੈਰਿਡ ਸ਼ੋ ਕਰਤਾ। ਅੰਬੈਸੀ ਲਈ ਉਹ ਅਨਮੈਰਿਡ ਨੇ, ਗਵਰਨਮੈਂਟ ਲਈ ਉਹ ਮੈਰਿਡ ਨੇ। ਹੁਣ ਜਦੋਂ ਉਹਨਾਂ ਨੇ ਆਪਦੇ ਸਪਾਊਸ ਨੂੰ ਕੈਨੇਡਾ ਸੱਦਣਾ ਹੋਊਗਾ, ਉਹ ਇਹ ਕਹਿਣਗੇ ਵੀ ਗਲਤੀ ਹੋ ਗਈ ਸੀ, ਤੁਸੀਂ ਫਾਰਮ ਤੇ ਸਾਈਨ ਵੀ ਉਹਨਾਂ ਤੋਂ ਕਰਵਾਏ ਨੇ, ਕਿਉਂਕਿ ਤੁਸੀਂ ਉਹਨਾਂ ਨੂੰ ਗਾਈਡਲਾਈਨਸ ਦੱਸ ਕੇ ਇਹ ਚੀਜ਼ ਕਹਿ ਰਹੇ ਹੋ ਵੀ ਅਸੀਂ ਤੁਹਾਨੂੰ ਅਨਮੈਰਿਡ ਸ਼ੋ ਕਰ ਰਹੇ ਹਾਂ। ਹੁਣ ਉਹਨੂੰ ਗਾਂਹ ਵਾਲੇ ਬੰਦੇ ਨੂੰ ਜੇ ਉਹਨਾਂ ਨੂੰ ਇੰਨਾ ਪਤਾ ਹੋਵੇ ਤਾਂ ਉਹ ਆਪਾਂ ਨੂੰ ਪੈਸੇ ਕਿਉਂ ਆਪਣੇ ਕੋਲੇ ਦਫ਼ਤਰਾਂ 'ਚ ਧੱਕੇ ਕਿਉਂ ਖਾਣ? ਉਹਨਾਂ ਨੂੰ ਨਹੀਂ ਪਤਾ ਹੁੰਦਾ, ਆਪਾਂ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਹੁੰਦੀ। ਗਲਤ ਇਨਫੋਰਮੇਸ਼ਨ ਨਾ ਦਿਓ, ਸੱਚ ਬੋਲੋ। ਮੈਰਿਡ ਬੱਚਿਆਂ ਦੇ ਵੀ ਵੀਜ਼ਾਜ਼ ਆਉਂਦੇ ਨੇ, ਆ ਰਹੇ ਨੇ ਵੀਜ਼ਾਜ਼ ਮੈਰਿਡ ਬੱਚਿਆਂ ਦੇ ਵੀ। ਸੱਚ ਬੋਲ ਕੇ ਅੰਬੈਸੀ ਕਿਤੇ ਨਹੀਂ, ਦੁਨੀਆ ਦੀ CIC ਨੇ ਕਿਤੇ ਨਹੀਂ ਕਿਹਾ ਵੀ ਵਿਆਹਿਆ ਬੱਚਾ ਪੜ੍ਹਨ ਨਹੀਂ ਜਾ ਸਕਦਾ ਕੈਨੇਡਾ। ਆਪਦੇ ਹੀ ਨਵੇਂ ਰੂਲਸ ਰੈਗੂਲੇਸ਼ਨਸ ਆਪਾਂ ਕੱਢੀ ਜਾਂਦੇ ਆ, ਆਪਾਂ ਪੱਠਾ ਬਿਠਾਉਣ ਲੱਗੇ ਆਪਦੀ ਜਨਰੇਸ਼ਨ ਦਾ। ਧਿਆਨ ਨਾਲ ਕੇਸ ਅਪਲਾਈ ਕਰੋ, ਜੇ ਨਹੀਂ ਇਨਫੋਰਮੇਸ਼ਨ ਹੁੰਦੀ ਤਾਂ ਪੁੱਛ ਲਓ ਆਪਦੇ ਸੀਨੀਅਰ ਤੋਂ ਜਾ ਕੇ। ਇਸ ਲਈ ਮੈਂ ਜਿਹੜੇ ਮੇਰੇ ਵੀਰ ਬੱਚੇ ਜੋ ਸੁਣ ਰਹੇ ਨੇ, ਜਿਨ੍ਹਾਂ ਨੇ ਵਿਆਹ ਕਰਾ ਲਿਆ, ਰਜਿਸਟਰਡ ਕਰਾ ਲਈ ਹੈ ਮੈਰਿਜ, ਆਪਦੇ ਆਪ ਨੂੰ ਅਨਮੈਰਿਡ ਨਹੀਂ ਮੈਰਿਡ ਸ਼ੋ ਕਰਕੇ ਕੇਸ ਅਪਲਾਈ ਕਰੋ ਕਿ ਵੀਜ਼ਾ ਨਾ ਮੈਂ ਲਵਾਉਣਾ ਨਾ ਕੋਈ ਹੋਰ ਲਵਾਉਂਦਾ, ਦਾਤਾ ਤੁਹਾਨੂੰ ਬਾਹਰ ਭੇਜਣ ਵਾਲਾ। ਜੇ ਲੱਗ ਕੇ ਆਉਣਾ ਸੱਚ ਬੋਲੋ, ਸੱਚ ਦੇ ਆਧਾਰ ਤੇ ਕੇਸ ਲੱਗ ਕੇ ਆ ਜਾਣਾ, ਵੀਜ਼ਾ ਲੱਗ ਕੇ ਆ ਜਾਣਾ, ਕੋਈ ਏਡੀ ਗੱਲ ਨਹੀਂ ਹੈ। ਬਾਅਦ ਚੋਂ ਬੜੀ ਵੱਡੀ ਬਿਪਤਾ ਖੜੀ ਹੋ ਜਾਣੀ ਹੈ, ਤੁਹਾਨੂੰ ਸਮਝ ਨਹੀਂ ਲੱਗਣੀ ਵੀ ਹੁਣ ਉਹਨੂੰ ਹੱਲ ਕਿਵੇਂ ਕਰੀਏ। ਪਤਾ ਨਹੀਂ ਲੱਗ ਰਿਹਾ ਉਹ 5 ਕੇਸਾਂ ਨੂੰ ਮੈਂ ਕੀ ਹੱਲ ਦੱਸਾਂ ਉਹਨਾਂ ਦਾ, ਮੈਨੂੰ ਨਹੀਂ, ਤਾਂ ਮੇਰੇ ਕੋਲੇ ਤਾਂ ਕੋਈ ਹੱਲ ਨਹੀਂ ਉਸ ਚੀਜ਼ ਦਾ। ਸੋ ਮੇਰੀ ਸਾਰੇ ਇਮੀਗ੍ਰੇਸ਼ਨ ਜਿਹੜੇ ਮੇਰੇ ਵੀਰ ਮੇਰੇ ਤੋਂ ਸੀਨੀਅਰ ਬੈਠੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਆ ਕਿ ਆਪਾਂ ਆਪਦੇ ਕਾਉਂਸਲਰਸ ਨੂੰ ਇਸ ਚੀਜ਼ ਦੀ ਖਾਸ ਟ੍ਰੇਨਿੰਗ ਦਈਏ, ਕਿਉਂਕਿ ਹੁਣ ਮੈਰਿਡ ਕੇਸ ਬਹੁਤ ਆ ਰਹੇ ਨੇ ਆਪਣੇ ਕੋਲੇ। ਉਹਨਾਂ ਨੇ ਆਪਦੇ ਬੱਚਿਆਂ, ਆਪਦੇ ਸਪਾਊਸ ਨੂੰ ਗਾਂਹ ਜਾ ਕੇ ਅਪਲਾਈ ਕਰਨਾ ਹੋਊਗਾ, ਉਹਨਾਂ ਦੀ ਇਨਫੋਰਮੇਸ਼ਨ ਕੰਟਰਾਡਿਕਟ ਕਰੂਗੀ, ਬੈਨ ਆਊਗਾ ਸਿੱਧਾ। ਸੋ ਇਸ ਲਈ ਆਪਾਂ ਧਿਆਨ ਰੱਖੀਏ, ਆਪਾਂ ਜਿਹੜੇ ਮੈਰਿਡ ਨੇ ਬੱਚੇ ਉਹਨਾਂ ਨੂੰ ਮੈਰਿਡ ਹੀ ਸ਼ੋ ਕਰਕੇ ਭੇਜੀਏ। ਉਹਨਾਂ ਦੇ ਜੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ ਆ, ਉਹਨਾਂ ਨੂੰ ਡਾਕੂਮੈਂਟਸ ਉਹ ਨਾਲ ਲਾ ਕੇ ਅੰਬੈਸੀ ਨੂੰ ਦੱਸੀਏ ਵੀ ਬੱਚਾ ਮੈਰਿਡ ਆ। ਤੇ ਤੁਸੀਂ ਵੀ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ, ਜਿਹੜੇ ਬੱਚਿਆਂ ਨੇ ਆਪਦੇ ਕੇਸ ਅਪਲਾਈ ਕਰਨੇ ਨੇ, ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਸਖਤੀ ਨਾਲ ਇਹ ਗੱਲ ਕਹੋ ਕਿ ਜੋ ਸੱਚ ਆ ਉਹ ਲਿਖ ਕੇ ਭੇਜ, ਤਾਂ ਜੋ ਤੁਹਾਨੂੰ ਅੱਗੇ ਜਾ ਕੇ ਅੰਬੈਸੀ ਮੂਹਰੇ, ਕੈਨੇਡੀਅਨ ਗਵਰਨਮੈਂਟ ਮੂਹਰੇ ਝੂਠਾ ਨਾ ਕੋਈ ਸਾਬਤ ਕਰ ਸਕੇ, ਕਿਉਂਕਿ ਉਸ ਝੂਠ ਦੀ ਫਿਰ ਕੋਈ ਮਾਫੀ ਨਹੀਂ ਗੀ, ਸਿੱਧਾ ਬੈਨ ਆ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ, ਯਾਦ ਰੱਖਿਓ, ਆਉਂਦੇ ਮੰਗਲਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਅੰਮ੍ਰਿਤਸਰ ਸਾਹਿਬ MK ਰਿਜ਼ੋਰਟ, ਰਣਜੀਤ ਐਵੇਨਿਊ, ਤੁਹਾਨੂੰ ਸਾਰਿਆਂ ਨੂੰ ਮਿਲੂੰਗਾ ਜੀ ਮੈਂ। ਧੰਨਵਾਦ।